ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਸ਼ਾਇਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਦੀਆਂ ਤਾਜ਼ੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਇਸ ਵਿੱਚ ਸਾਡਾ ਸਾਥ ਦਿੰਦੇ ਨੇ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਉੱਘੇ ਮਾਹਰ। ਅੱਜ ਦੇ ਸਾਡੇ ਮਾਹਰ ਨੇ ਜੀ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਸੰਧੂ ਹੋਰੀ। ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ। ਧੰਨਵਾਦ ਜੀ, ਧੰਨਵਾਦ जी। खबरों का सिलसिला शुरू करने तो पहला गल कर लें साइबर सिक्योरिटी अवेयरनेस की, क्योंकि महीना चल रहा है साइबर सुरक्षा जागरूकता का। सो की संदेश देना चाहोगे साडे दर्शकों को साइबर सिक्योरिटी को लैके, इंटरनेट सिक्योरिटी को लैके? जिस तरह शैना जी साइबर सुरक्षा महीना जिहड़ा मनाया जा रहा है, क्योंकि साइबर के खेत्र में बहुत सारे क्राइम जिहड़े पिछले समय में देखने को आए जी, जिहदे नाल खास करके आर्थिक ठगियां जिहड़ियां ਵਿੱਤੀ ਠੱਗੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਹੋਈਆਂ ਔਰ ਹੋਰ ਵੀ ਇਹਦੀ ਦੁਰਵਰਤੋਂ ਜਿਹੜੀ ਹੈ ਵੱਖ-ਵੱਖ ਖੇਤਰਾਂ ਦੇ ਵਿੱਚ ਕੀਤੀ ਜਾ ਰਹੀ ਹੈ ਜੀ। ਫਰਜ਼ ਬਣਦਾ ਹੈ ਆਮ ਲੋਕਾਂ ਦਾ ਉਹ ਚੌਕਸੀ ਰੱਖਣ। ਜਿੱਥੇ ਸਰਕਾਰ ਨੇ ਇਹਦੇ ਉੱਤੇ ਬਹੁਤ ਸਾਰੀਆਂ ਨਾਕਾਬੰਦੀਆਂ ਕੀਤੀਆਂ ਨੇ, ਪਾਬੰਦੀਆਂ ਲਾਈਆਂ ਨੇ, ਇਹਦੇ ਉੱਤੇ ਚੈੱਕ ਲਾਇਆ ਗਿਆ ਕਿ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਕਾਬੂ 'ਚ ਕੀਤਾ ਜਾਵੇ, ਰੋਕਿਆ ਜਾਵੇ, ਤਾਂ ਕਿ ਜਿਹੜੇ ਲੋਕ ਸਾਈਬਰ ਕ੍ਰਾਈਮ ਦੇ ਰਾਹ ਪੈਂਦੇ ਨੇ ਉਹਨਾਂ ਦੇ ਹੌਸਲੇ ਬੁਲੰਦ ਨਾ ਹੋ ਸਕਣ, ਉਹਨਾਂ ਨੂੰ ਨੱਥ ਪਾਈ ਜਾਵੇ। ਦੂਜੇ ਇਸ ਦੇ ਨਾਲ ਹੀ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਜਿਹੜੇ ਖਾਸ ਕਰਕੇ ਇੰਟਰਨੈਟ ਦੀ ਵਰਤੋਂ ਕਰਦੇ ਨੇ, ਜਿਹੜੇ ਈ ਬੈਂਕਿੰਗ ਦੀ ਵਰਤੋਂ ਕਰਦੇ ਨੇ, ਆਪਣਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਯੂਜ਼ ਕਰਦੇ ਨੇ ਜੀ, ਔਰ ਉਹਨਾਂ ਦੇ ਜਿਹੜੇ ਪਾਸਵਰਡ ਨੇ ਉਹ ਨਹੀਂ ਕਿਸੇ ਨਾਲ ਸ਼ੇਅਰ ਕਰਨੇ ਚਾਹੀਦੇ, ਉਹਨਾਂ ਦੇ ਨੰਬਰ ਨਹੀਂ ਕਿਸੇ ਨਾਲ ਸ਼ੇਅਰ ਕਰਨੇ ਚਾਹੀਦੇ। ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਬਚਾਅ ਜਿਹੜਾ ਉਹ ਕਰ ਸਕਦੇ ਹੋ। ਜਦੋਂ ਤੁਸੀਂ ਆਪਣੀ ਜਾਣਕਾਰੀ ਕਿਸੇ ਨਾਲ ਵੀ ਅੱਗੇ ਸ਼ੇਅਰ ਕਰਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਰਿਸਕ ਵਿੱਚ ਪਾ ਲੈਂਦੇ ਹੋ, ਖਤਰੇ ਵਿੱਚ ਪਾ ਲੈਂਦੇ ਹੋ। ਬਿਲਕੁਲ। ਇਸ ਕਰਕੇ ਆਪਣੀਆਂ ਜਾਣਕਾਰੀਆਂ ਜਿਹੜੀਆਂ ਇਸ ਸੰਬੰਧ ਦੇ ਵਿੱਚ, ਇੰਟਰਨੈਟ ਦੇ ਸੰਬੰਧ ਦੇ ਵਿੱਚ, ਬੈਂਕਿੰਗ ਦੇ ਸੰਬੰਧ ਵਿੱਚ, ਲੈਣ ਦੇਣ ਦੇ ਮਾਮਲੇ ਵਿੱਚ, ਪੈਸੇ ਕਢਾਉਣ ਵਿੱਚ, ਜਮ੍ਹਾਂ ਕਰਾਉਣ ਦੇ ਮਾਮਲੇ ਵਿੱਚ ਜਿਹੜੀ ਜਾਣਕਾਰੀ ਹੈ ਉਹਨੂੰ ਆਪਣੇ ਤੱਕ ਸੀਮਿਤ ਰੱਖੋ। ਉਹਨੂੰ ਕਿਸੇ ਦੇ ਨਾਲ ਵੀ ਜਿਹੜੀ ਉਹ ਸਾਂਝੀ ਨਾ ਕਰੋ ਤਾਂ ਕਿ ਇਸ ਕ੍ਰਾइम ਜਿਹੜਾ ਇਸ ਤਰ੍ਹਾਂ ਦਾ ਉਹਨੂੰ ਨੱਥ ਪਾਈ ਜਾ ਸਕੇ जी। सो रुख करते हैं जी खबर दी वल। प्रधानमंत्री श्री नरेंद्र मोदी ने भ्रष्टाचार ते चोट करदे कहा है कि भ्रष्टाचार करने वालियां नूं माफ़ नहीं किया जाएगा तो इस लड़ाई दे विच सारे देशवासियों नूं जिहड़ा है वो साथ देना पवेगा। की कहना चाहोगे? बड़ा गंभीर मामला है भ्रष्टाचार का और अज का नहीं दहाकियां तो चलिया आ रहा है। जिवें एक कहावत है कि बरज बढ़ता गया जूं जूं दुआ की, जिवें जिवें इहदी दुआ कीती जांदी रही है, इहदे प्रबंध कीते जांदे रहे है, ये मरज उस तरह नाल दी नाल वधदी जांदी है। और वेखो कि प्रधानमंत्री नरेंद्र मोदी होरां नूं अज ये गल कहनी पई है कि ये एक जिहड़ा भ्रष्टाचार है इहदा सियासी सभ्याचार जिहड़ा उहदा रूप लैंदा जा रहा है जी। और ਅੱਗੇ ਤੋਂ ਅੱਗੇ ਜਿਹੜਾ ਪੀੜ੍ਹੀ ਦਰ ਪੀੜ੍ਹੀ ਉਹਨਾਂ ਨੇ ਇਹ ਖਾਸ ਕਰਕੇ ਜ਼ਿਕਰ ਕੀਤਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਜਦੋਂ ਇੱਕ ਪੀੜ੍ਹੀ ਦੇ ਲੋਕ ਭ੍ਰਿਸ਼ਟਾਚਾਰ ਕਰਦੇ ਆ, ਉਹਨਾਂ ਨੂੰ ਨੱਥ ਨਹੀਂ ਪਾਈ ਜਾਂਦੀ ਤਾਂ ਅਗਲੀ ਪੀੜ੍ਹੀ ਹੋਰ ਜ਼ਿਆਦਾ ਉਤਸ਼ਾਹਿਤ ਹੋ ਕੇ ਉਸ ਮਾਮਲੇ 'ਚ ਆਉਂਦੀ ਕਿ ਜਿਹੜਾ ਪਹਿਲਾਂ ਵਾਲਿਆਂ ਦਾ ਕੁਝ ਨਹੀਂ ਵਿਗੜਿਆ, ਸਾਡਾ ਕੀ ਵਿਗੜ ਜਾਵੇਗਾ। ਉਹਨਾਂ ਦੇ ਸਵਾਲ ਦੇ ਵਿੱਚ ਹੀ ਇਸ ਮਾਮਲੇ ਦਾ ਜਵਾਬ ਵੀ ਸ਼ਾਮਲ ਹੈ ਕਿ ਜਿਹੜੀ ਪਹਿਲੀ ਪੀੜ੍ਹੀ ਹੈ ਉਹਨੂੰ ਜਿਹੜੀ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਹੈ, ਜਿਹੜੀ ਭ੍ਰਿਸ਼ਟਾਚਾਰ ਵਾਲੇ ਕੰਮ ਕਰ ਰਹੀ ਹੈ, ਜਿਹੜੀ ਗਲਤ ਕੰਮ ਕਰ ਰਹੀ ਹੈ, ਗੈਰ ਕਾਨੂੰਨੀ ਕੰਮ ਕਰ ਰਹੀ ਹੈ, ਉਸ ਨੂੰ ਨੱਥ ਕਿਹਨੇ ਪਾਉਣੀ ਹੈ? ਨੱਥ ਉਹਨੂੰ ਸਰਕਾਰ ਨੇ ਪਾਉਣੀ ਹੈ। ਜੇ ਉਹਨੂੰ ਨੱਥ ਨਹੀਂ ਪਾਈ ਗਈ ਜਾਂ ਉਹਨੂੰ ਕਾਬੂ ਨਹੀਂ ਕੀਤਾ ਗਿਆ, ਉਹਨਾਂ 'ਤੇ ਰੋਕ ਨਹੀਂ ਲਾਈ ਗਈ, ਪਾਬੰਦੀ ਨਹੀਂ ਲਾਈ ਗਈ, ਤਾਂ ਹੀ ਅਗਲੀ ਪੀੜ੍ਹੀ ਜਿਹੜੀ ਹੈ ਉਹ ਇਸ ਮਾਮਲੇ 'ਚ ਉਤਸ਼ਾਹਿਤ ਹੋਈ ਔਰ ਫਿਰ ਹੀ ਉਹ ਅੱਗੇ ਜ਼ਿਆਦਾ ਜਿਹੜੀ ਉਹ ਭ੍ਰਿਸ਼ਟਾਚਾਰ ਵਾਲੇ ਪਾਸੇ ਵਧੀ। ਜੇ ਪਹਿਲੀ ਪੀੜ੍ਹੀ ਨੂੰ ਰੋਕ ਲਿਆ ਗਿਆ ਹੁੰਦਾ ਤੇ ਉਹ ਦੂਜੀ ਪੀੜ੍ਹੀ ਜਿਹੜੀ ਸੀ ਆਪਣੇ ਆਪ ਹੀ ਉਸ ਪਾਸੇ ਤੋਂ ਗੁਰੇਜ਼ ਕਰਦੀ ਜਾਂ ਉਸ ਪਾਸੇ ਵੱਲ ਉਹ ਕਦਮ ਨਾ ਚੁੱਕਦੀ। ਦੂਜੀ ਗੱਲ, ਜਿੱਥੇ ਤੱਕ ਸਰਕਾਰ ਨੇ ਕਿਹਾ ਔਰ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਕਿਹਾ ਕਿ ਆਮ ਲੋਕਾਂ ਨੂੰ ਇਹਦੇ ਵਿੱਚ ਨਾਗਰਿਕਾਂ ਨੂੰ ਸਹਿਯੋਗ ਜਿਹੜਾ ਉਹ ਕਰਨਾ ਚਾਹੀਦਾ ਹੈ ਕਿ ਇਹ ਇੱਕ ਬਹੁਤ ਵੱਡਾ ਮਸਲਾ ਇਸ ਵੇਲੇ ਦੇਸ਼ ਦੇ ਸਾਹਮਣੇ ਜਿਹੜਾ ਉਹ ਪੈਦਾ ਹੋ ਗਿਆ ਭ੍ਰਿਸ਼ਟਾਚਾਰ ਦਾ ਔਰ ਇਹਦੇ ਵਿੱਚ ਲੋਕ ਜਿਹੜੇ ਆ ਉਹ ਦੇਸ਼ ਦਾ ਸਹਿਯੋਗ ਕਰਨ। ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਹੀ ਸਹਿਯੋਗ ਕਰ ਸਕਦੇ ਆ। ਕਈ ਵਾਰੀ ਜਿਹੜੇ ਆ ਲੋਕ ਆ ਉਹ ਸਿੱਧੇ ਤੌਰ ਤੇ ਕਿਸੇ ਵੱਲ ਉਂਗਲੀ ਕਰਨ ਤੋਂ ਵੀ ਗੁਰੇਜ਼ ਕਰਦੇ ਆ ਔਰ ਉਹਨਾਂ ਦੀ ਸੁਰੱਖਿਆ ਦਾ ਮਾਮਲਾ ਜਿਹੜਾ ਉਹ ਇਹਦੇ ਵਿੱਚ ਜਿਹੜਾ ਰੁਕਾਵਟ ਬਣਦਾ ਜਾਂ ਅੜਿੱਕਾ ਬਣਦਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਲੋਕ ਉਦੋਂ ਹੀ ਸਾਹਮਣੇ ਆ ਕੇ ਕਿਸੇ ਉੱਚ ਅਧਿਕਾਰੀ ਵੱਲ, ਕਿਸੇ ਨੇਤਾ ਵੱਲ, ਕਿਉਂਕਿ ਕਈ ਵਾਰ ਉਹਨਾਂ ਨੂੰ ਉੱਚ ਅਧਿਕਾਰੀ ਵੱਲ, ਨੇਤਾ ਵੱਲ ਉਂਗਲੀ ਕਰਨੀ ਜਿਹੜੀ ਉਹ ਮਹਿੰਗੀ ਪੈ ਜਾਂਦੀ ਹੈ। ਇਸ ਕਰਕੇ ਆਮ ਲੋਕ ਜਿਹੜੇ ਆ ਉਹ ਕਹਿ ਦਿੰਦੇ ਕਿ ਚਲੋ ਇੱਕ ਬੰਦੇ ਨਾਲ ਜੇ ਠੱਗੀ ਹੋਈ ਹੈ ਜਾਂ ਭ੍ਰਿਸ਼ਟਾਚਾਰ ਹੋਇਆ, ਚਲੋ ਸਾਨੂੰ ਕੀ, ਇੱਦਾਂ ਕਹਿ ਕੇ ਉਹ ਕੰਮ ਚਲਾ ਲੈਂਦੇ। ਕਿਉਂਕਿ ਇਸ ਤਰ੍ਹਾਂ ਦਾ ਕਲਚਰ ਜਿਹੜਾ ਉਹ ਸਾਡੇ ਵਿਕਸਿਤ ਹੋ ਨਹੀਂ ਸਕਿਆ, ਇਸ ਤਰ੍ਹਾਂ ਦਾ ਸੱਭਿਆਚਾਰ ਸਾਡੇ ਦੇਸ਼ ਵਿੱਚ ਵਿਕਸਿਤ ਨਹੀਂ ਹੋ ਸਕਿਆ ਕਿ ਅਸੀਂ ਸ਼ਰੇਆਮ ਜਾਂ ਖੁੱਲ੍ਹੇ ਤੌਰ ਤੇ ਜਾ ਕੇ ਅੱਗੇ ਇਸ ਚੀਜ਼ ਨੂੰ ਸਰਕਾਰ ਦੇ ਸਾਹਮਣੇ, ਪ੍ਰਸ਼ਾਸਨ ਦੇ ਸਾਹਮਣੇ ਲਿਆ ਸਕੀਏ ਕਿ ਕਿਸ ਪੱਧਰ ਉੱਤੇ ਔਰ ਕਿਸ ਵਿਅਕਤੀ ਵੱਲੋਂ ਜਾਂ ਕਿਸ ਖੇਤਰ ਦੇ ਵਿੱਚ ਕਿੰਨੇ ਪੱਧਰ ਤੇ ਭ੍ਰਿਸ਼ਟਾਚਾਰ ਜਿਹੜਾ ਹੋ ਰਿਹਾ ਹੈ।
ਉਸ ਨੂੰ ਯਕੀਨੀ ਬਣਾਉਣਾ ਜਿਹੜਾ ਉਹ ਸਰਕਾਰ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ ਕਿ ਲੋਕਾਂ ਦੀ ਸੁਰੱਖਿਆ ਦਾ ਵੀ ਜਿਹੜਾ ਉਹ ਧਿਆਨ ਰੱਖਿਆ ਜਾਵੇ, ਔਰ ਜੇ ਕੋਈ ਇਸ ਤਰ੍ਹਾਂ ਦੀ ਸੂਚਨਾ ਜਾਣਕਾਰੀ ਦਿੰਦਾ ਉਸ ਨੂੰ ਖੁਫੀਆ ਰੱਖਿਆ ਜਾਵੇ, ਗੁਪਤ ਰੱਖਿਆ ਜਾਵੇ, ਔਰ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਜਾਏ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਕਰਦੇ ਹੋ ਤੇ ਕਿਤੇ ਵੀ ਤੁਹਾਡਾ ਨਾਮ ਨਹੀਂ ਆਵੇਗਾ। ਔਰ ਕਈ ਵਾਰ ਜਿਹੜੀ ਹੁੰਦੇ ਕਿ ਇੱਕ ਆਦਮੀ ਜਿਹੜਾ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਦੂਜਾ ਅਧਿਕਾਰੀ ਹੀ ਉਹ ਜਿਹੜੀ ਜਾਣਕਾਰੀ ਉਸ ਸੰਬੰਧ ਦੇ ਵਿੱਚ ਲੀਕ ਕਰ ਦਿੰਦਾ। ਅਤੀਤ ਵਿੱਚ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਉਹ ਵੀ ਦੇਖਣ ਦੇ ਵਿੱਚ ਆਏ ਆ ਕਿ ਸੱਚਮੁੱਚ ਇਹ ਬਹੁਤ ਚਿੰਤਾਜਨਕ ਵਿਸ਼ਾ ਹੈ ਜਿਹੜਾ ਭ੍ਰਿਸ਼ਟਾਚਾਰ ਹੈ, ਕਿਉਂਕਿ ਭ੍ਰਿਸ਼ਟਾਚਾਰ ਤੋਂ ਬਗੈਰ ਸ਼ਾਇਦ ਲੋਕਾਂ ਨੂੰ ਲੱਗਦਾ ਹੈ ਕਿ ਸਾਡਾ ਕਿਤੇ ਵੀ ਕੋਈ ਕੰਮ ਹੋਣਾ ਹੀ ਨਹੀਂ। ਇਹ ਕਲਚਰ ਇਸ ਕਰਕੇ ਵੀ ਬਣ ਗਿਆ ਕਿ ਲੋਕ ਘਰੋਂ ਕੰਮ ਕਰਾਉਣ ਜਦੋਂ ਨਿਕਲਦੇ ਆ ਤੇ ਉਹ ਇਹ ਸੋਚ ਕੇ ਹੀ ਜਾਂਦੇ ਆ ਕਿ ਸਾਨੂੰ ਕਿਤੇ ਰਿਸ਼ਵਤ ਦੇਣੀ ਪੈ ਸਕਦੀ ਹੈ, ਸਾਨੂੰ ਕਿਤੇ ਪੈਸੇ ਦੇਣੇ ਪੈ ਸਕਦੇ ਆ। ਉਹਨਾਂ ਤੋਂ ਬਗੈਰ ਇਮਾਨਦਾਰੀ ਨਾਲ ਜਾਂ ਸਹੀ ਸਮੇਂ ਵਿੱਚ ਸਹੀ ਟਾਈਮ ਦੇ ਵਿੱਚ ਸਹੀ ਢੰਗ ਦੇ ਨਾਲ ਜਿਹੜਾ ਸਾਡਾ ਕੰਮ ਉਹ ਨਹੀਂ ਹੋਵੇਗਾ। ਸੋ ਇਹ ਬਿਆਨ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਦਾ ਜਾਂ ਜਿਹੜਾ ਉਹਨਾਂ ਨੇ ਇਸ ਪਾਸੇ ਦੀ ਗੱਲ ਕੀਤੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼, ਇਹ ਬਹੁਤ ਸ਼ਲਾਘਾਯੋਗ ਹੈ। ਔਰ ਚਾਹੀਦਾ ਇਹ ਹੈ ਕਿਉਂਕਿ ਜਦੋਂ ਤੱਕ ਭ੍ਰਿਸ਼ਟਾਚਾਰ ਨਹੀਂ ਰੁਕ ਜਾਂਦਾ ਉਦੋਂ ਤੱਕ ਦੇਸ਼ ਜਿਹੜਾ ਉਹ ਵਿਕਾਸ ਦੇ ਰਾਹ ਤੇ ਠੀਕ ਢੰਗ ਨਾਲ ਅੱਗੇ ਨਹੀਂ ਵਧ ਸਕਦਾ। ਜੀ, ਹੁਣ ਗੱਲ ਕਰ ਲੈਂਦੇ ਹਾਂ ਭਾਰਤ ਤੇ ਅਮਰੀਕਾ ਦੇ ਜਿਹੜੇ ਮੰਤਰੀ ਪੱਧਰ ਗੱਲਬਾਤ ਹੋਈ ਹੈ ਉਸ ਦੇ ਬਾਰੇ। ਉਸ ਵਿੱਚ ਕਿਹਾ ਗਿਆ ਹੈ ਬਹੁਤ ਸਾਰੇ ਸਮਝੌਤੇ ਜਿਹੜੇ ਨੇ ਭਾਰਤ ਤੇ ਅਮਰੀਕਾ ਦੌਰਾਨ ਕੀਤੇ ਗਏ ਨੇ, ਔਰ ਸਭ ਤੋਂ ਵੱਡਾ ਸਮਝੌਤਾ ਜਿਹੜਾ ਬੈਕਾ ਨੂੰ ਕਿਹਾ ਜਾ ਰਿਹਾ ਹੈ। ਕਿਸ ਤਰ੍ਹਾਂ ਵੇਖਦੇ ਹੋ ਔਰ ਕੀ ਹੈ ਬੈਕਾ? ਜੋ ਹਾਲਾਤ ਇਸ ਵੇਲੇ ਸੰਸਾਰ ਦੇ ਵਿੱਚ ਬਣੇ ਹੋਏ ਆ ਜੀ, ਉਹਨਾਂ ਨੂੰ ਲੈ ਕੇ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਸਮਝੌਤਾ ਜਿਹੜੇ ਭਾਰਤ ਦੇ 2 ਮੰਤਰੀ, ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ, ਔਰ ਅਮਰੀਕਾ ਦੇ ਉਹਨਾਂ ਦੇ ਹਮਰੁਤਬਾ ਜਿਹੜੇ 2 ਮੰਤਰੀ ਆ ਉਹਨਾਂ ਦੇ ਵਿਚਕਾਰ ਜਿਹੜੀ ਕੱਲ ਮੀਟਿੰਗ ਹੋਈ ਹੈ ਉਹਦੇ ਤੋਂ ਬਾਅਦ ਸਮਝੌਤਿਆਂ ਦੇ ਉੱਤੇ ਦਸਤਖਤ ਹੋਏ ਆ। ਔਰ ਇਹ ਬੜੇ ਅਹਿਮ ਇਸ ਕਰਕੇ ਲੱਗਦੇ ਆ ਕਿਉਂਕਿ ਭਾਰਤ ਦੀਆਂ ਸਰਹੱਦਾਂ ਉੱਤੇ ਵੀ ਪਿਛਲੇ ਕਾਫੀ ਸਮੇਂ ਤੋਂ ਤਣਾਅ ਬਣਿਆ ਹੋਇਆ। ਪਾਕਿਸਤਾਨ ਦੇ ਨਾਲ 1947-48 ਤੋਂ ਲੈ ਕੇ ਹੀ ਤਣਾਅ ਚੱਲਿਆ ਆ ਰਿਹਾ ਹੈ। ਉਹਦੇ ਨਾਲ 2-3 ਲੜਾਈਆਂ ਜਿਹੜੀਆਂ ਉਹ ਵੀ ਹੋ ਚੁੱਕੀਆਂ ਹੁਣ ਤੱਕ, ਔਰ ਅਸਿੱਧੇ ਤੌਰ ਤੇ ਵੀ ਜਿਹੜਾ ਉਹ ਅੱਤਵਾਦ ਜਿਹੜਾ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਪਾਕਿਸਤਾਨ ਵੱਲੋਂ। ਔਰ ਦੂਜੇ ਪਾਸੇ ਜਿਹੜਾ ਚੀਨ ਹੈ ਉਹ ਸਰਹੱਦਾਂ ਦੇ ਉੱਤੇ ਛੇੜਖਾਨੀ ਪਿਛਲੇ ਕਾਫੀ ਸਮੇਂ ਤੋਂ ਕਰ ਰਿਹਾ ਹੈ, ਜਿਹਨੂੰ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਤੇ ਨਾ ਹੀ ਕੋਈ ਦੇਸ਼ ਉਹਦੇ ਸੰਬੰਧ ਦੇ ਵਿੱਚ ਕੋਈ ਇਹ ਗੱਲ ਕਹਿ ਸਕਦਾ ਹੈ ਕਿ ਚੀਨ ਵੱਲੋਂ ਇਸ ਤਰ੍ਹਾਂ ਦੀ ਕਿਉਂਕਿ ਜਿਹੜੀ ਚੀਜ਼ ਕੋਈ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾ ਸਕਦਾ ਹੈ। ਦੋਹਾਂ ਦੇਸ਼ਾਂ ਦਰਮਿਆਨ ਜੇ ਕਿਤੇ ਸੀਮਾ ਰੇਖਾ ਦਾ ਜਿਹੜੀ LAC ਹੈ ਉਹਦਾ ਜੇ ਕੋਈ ਰੌਲਾ ਤੇ ਆਪਸ ਵਿੱਚ ਗੱਲਬਾਤ ਕਰਕੇ ਕੀਤਾ ਜਾ ਸਕਦਾ। ਇਸ ਚੀਜ਼ ਨੂੰ ਜੰਗ ਦਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਜਿਸ ਢੰਗ ਦੇ ਨਾਲ ਜੰਗ ਦਾ ਮੁੱਦਾ ਚੀਨ ਵੱਲੋਂ ਬਣਾਇਆ ਜਾ ਰਿਹਾ। ਔਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਕਿਸੇ ਦੇਸ਼ ਦੇ ਸਾਹਮਣੇ ਪੈਦਾ ਹੋ ਜਾਂਦੇ ਆ ਤਾਂ ਯਕੀਨੀ ਹੈ ਕਿ ਉਹਨਾਂ ਨੂੰ ਆਪਣੀ ਸੁਰੱਖਿਆ ਲਈ ਬੰਦੋਬਸਤ ਵੀ ਕਰਨੇ ਪੈਂਦੇ ਆ, ਉਹਨਾਂ ਨੂੰ ਆਪਣੇ ਨਾਲ ਕੁਝ ਲੋਕਾਂ ਨੂੰ ਜੋੜਨਾ ਵੀ ਪੈਂਦਾ ਜਿਹੜੇ ਉਹਦੇ ਹੱਕ ਵਿੱਚ ਆਵਾਜ਼ ਉਠਾਉਣ ਜਾਂ ਕਿਸੇ ਸੰਕਟ ਦੀ ਘੜੀ ਵਿੱਚ ਉਹਦੇ ਨਾਲ ਖੜੇ ਹੋਣ। ਸੋ ਇਸ ਨਜ਼ਰੀਏ ਤੋਂ ਵੀ ਜਿਹੜੀ ਕੱਲ ਮੀਟਿੰਗ ਹੋਈ ਹੈ, ਜਿਹੜੇ ਕੱਲ ਸਮਝੌਤੇ ਹੋਏ ਭਾਰਤ ਅਮਰੀਕਾ ਦੇ, ਉਹਨਾਂ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਜਾ ਰਹੀ ਹੈ ਕਿ ਇਹ ਸਮਝੌਤੇ ਹੋਏ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਘੜੀ ਕੱਲ ਨੂੰ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਤਾਂ ਅਮਰੀਕਾ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਖੜੇ ਹੋਵਾਂਗੇ। ਭਾਰਤ ਨੇ ਵੀ ਇਸੇ ਤਰ੍ਹਾਂ ਦਾ ਜਿਹੜਾ ਭਰੋਸਾ ਉਹ ਅਮਰੀਕਾ ਨੂੰ ਦਵਾਇਆ ਕਿ ਜੇ ਅਮਰੀਕਾ ਨੂੰ ਕਿਸੇ ਮੌਕੇ ਇਸ ਤਰ੍ਹਾਂ ਦੀ ਲੋੜ ਪੈਂਦੀ ਹੈ ਤਾਂ ਭਾਰਤ ਵੀ ਉਹਨਾਂ ਦੇ ਨਾਲ ਖੜਾ ਹੋਵੇਗਾ। ਦੂਜੀ ਗੱਲ ਜਿਹੜੀ ਇਹਦੇ ਵਿੱਚ ਅਹਿਮ ਕਹੀ ਗਈ ਹੈ ਉਹ ਪਾਕਿਸਤਾਨ ਨੂੰ 2 ਟੁੱਕ ਜਿਹੜੀ ਗੱਲ ਉਹ ਕਹੀ ਗਈ ਹੈ ਬੜੀ ਸਪਸ਼ਟ ਰੂਪ ਦੇ ਵਿੱਚ ਕਿ ਪਾਕਿਸਤਾਨ ਦੀ ਧਰਤੀ ਤੋਂ ਅੱਤਵਾਦ ਨੂੰ ਸ਼ਹਿ ਦਿੱਤੀ ਜਾਣੀ ਕਿਸੇ ਵੀ ਢੰਗ ਦੇ ਨਾਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਔਰ ਉਹ ਪਿਛਲੇ ਕਾਫੀ ਸਮੇਂ ਤੋਂ ਭਾਰਤ ਦੇ ਵਿੱਚ ਬਹੁਤ ਸਾਰੇ ਹਮਲੇ ਜਿਹੜੇ ਆ ਅੱਤਵਾਦ ਰਾਹੀਂ ਕਰਵਾ ਚੁੱਕਾ ਹੈ ਔਰ ਉਹਨਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਜਿਹੜਾ ਅੱਤਵਾਦ ਆ ਉਹਨੂੰ ਲਗਾਮ ਪਾਵੇ, ਇਹਨੂੰ ਕਿਸੇ ਢੰਗ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅਮਰੀਕਾ ਨੇ ਵੀ ਇਹਦੇ ਖਿਲਾਫ ਆਵਾਜ਼ ਉਠਾਈ ਹੈ, ਭਾਰਤ ਤਾਂ ਲਗਾਤਾਰ ਹੀ ਉਠਾਉਂਦਾ ਰਿਹਾ। ਮੰਤਰੀ ਪੱਧਰ ਉੱਤੇ ਵੀ ਹੁਣ ਗੱਲ ਹੋਈ ਹੈ, ਇਸ ਤੋਂ ਪਹਿਲਾਂ ਵੀ ਇਹ ਗੱਲ ਹੋਈ ਹੈ। ਪਾਕਿਸਤਾਨ ਨੂੰ ਇਹ ਗੱਲ ਜਿਹੜੀ ਉਹ ਸਮਝ ਜਾਣੀ ਚਾਹੀਦੀ ਹੈ। ਪਰ ਜਦੋਂ ਇਸ ਤਰ੍ਹਾਂ ਦੇ ਸਮਝੌਤੇ ਹੁੰਦੇ ਆ ਤਾਂ ਇਹਨਾਂ ਦੀ ਇੱਕ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਦੂਜੇ ਮੁਲਕ ਨੂੰ ਜੇ ਕੋਈ ਸ਼ਰਾਰਤ ਕਰਦਾ ਤਾਂ ਕਿ ਜੇ ਅਸੀਂ ਫਿਰ ਇਸ ਤਰ੍ਹਾਂ ਦੀ ਸ਼ਰਾਰਤ ਲਗਾਤਾਰ ਜਾਰੀ ਰੱਖਦੇ ਹਾਂ ਤੇ ਦੂਜਾ ਦੇਸ਼ ਜਿਹੜਾ ਉਹ ਸਾਡੇ ਖਿਲਾਫ ਆ ਕੇ ਖੜਾ ਹੋ ਸਕਦਾ ਹੈ। ਤਾਂ ਇਸ ਸਮਝੌਤੇ ਜਿਹੜੇ ਕੱਲ ਹੋਏ ਆ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਉਹ ਕੀਤੀ ਗਈ ਹੈ ਕਿ ਜੇ ਕੋਈ ਸਥਿਤੀ ਇਸ ਤਰ੍ਹਾਂ ਦੀ ਬਣਦੀ ਹੈ ਤਾਂ ਦੋਵੇਂ ਦੇਸ਼ ਇੱਕ ਦੂਜੇ ਦੀ ਹਮਾਇਤ ਕਰਨਗੇ ਹਰ ਢੰਗ ਦੇ ਨਾਲ, ਹਥਿਆਰਾਂ ਦੇ ਢੰਗ ਨਾਲ, ਜੰਗੀ ਸਾਜੋ ਸਮਾਨ ਜਿਹੜਾ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦੇ ਵਿੱਚ ਉਹਦੀ ਮਦਦ ਕੀਤੀ ਜਾਏਗੀ ਔਰ ਹਰ ਤਰ੍ਹਾਂ ਦਾ ਜਿਹੜਾ ਉਹਨੂੰ ਸਹਿਯੋਗ ਦਿੱਤਾ ਜਾਏਗਾ। ਜੀ,
रुख कर लैने अगली खबर दे वल। जम्मू कश्मीर विच पुराने कानूनां दे विच सुधार किया गया है ते उत्थे हुण जिहड़ा ज़मीन खरीदण दा राह पद्धरा हो गया है। देश का कोई भी नागरिक जिहड़ा वो हुण जम्मू कश्मीर दे विच ज़मीन खरीद सकता है। किस तरह वेखदे हो की असर रहेगा इसका? गृह मंत्रालय ਵੱਲੋਂ ਕੱਲ੍ਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਸਪਸ਼ਟ ਗੱਲ ਕੀਤੀ ਗਈ ਹੈ ਕਿ ਉੱਥੇ ਹੁਣ ਬਾਹਰ ਦੇ ਲੋਕ ਜਾ ਕੇ ਜਿਹੜੇ ਉੱਥੇ ਦੇ ਜਿਨ੍ਹਾਂ ਕੋਲ ਉੱਥੇ ਦੀ ਰਿਹਾਇਸ਼ ਨਹੀਂ ਹੈ, ਜਿਹੜੇ ਉੱਥੇ ਦੇ ਬਸ਼ਿੰਦੇ ਨਹੀਂ ਹੈ ਜੰਮੂ ਕਸ਼ਮੀਰ ਦੇ, ਜਿਹੜਾ ਹੁਣ ਕੇਂਦਰੀ ਸ਼ਾਸਤ ਇਲਾਕਾ ਬਣ ਚੁੱਕਾ ਹੈ। बिल्कुल ਪਹਿਲਾਂ ਉਹ ਇੱਕ ਸੂਬਾ ਹੁੰਦਾ ਸੀ, ਹੁਣ ਕੇਂਦਰੀ ਸ਼ਾਸਤ ਇਲਾਕਾ ਬਣ ਚੁੱਕਾ ਹੈ ਔਰ ਹੁਣ ਉੱਥੇ ਲੋਕਾਂ ਨੂੰ ਇਹ ਖੁੱਲ੍ਹ ਦੇ ਦਿੱਤੀ ਗਈ ਹੈ ਕਿ ਉਹ ਜਾ ਕੇ ਆਪਣੇ ਰਿਹਾਇਸ਼ ਵਾਸਤੇ, ਕਾਰੋਬਾਰ ਵਾਸਤੇ ਜਗ੍ਹਾ ਖਰੀਦ ਸਕਦੇ ਆ, ਜ਼ਮੀਨ ਖਰੀਦ ਸਕਦੇ ਆ। ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਇਸ ਮਕਸਦ ਲਈ। ਹਾਲਾਂਕਿ ਨਾਲ ਦੀ ਨਾਲ ਇਹ ਗੱਲ ਵੀ ਕਹੀ ਗਈ ਹੈ ਕਿ ਅਜੇ ਖੇਤੀਬਾੜੀ ਵਾਸਤੇ ਜਿਹੜੇ ਲੋਕ ਆ ਉੱਥੇ ਉਹ ਜ਼ਮੀਨ ਨਹੀਂ ਖਰੀਦ ਸਕਣਗੇ, ਸਿਰਫ ਰਿਹਾਇਸ਼ ਵਾਸਤੇ ਜਾਂ ਕਾਰੋਬਾਰੀ ਨਜ਼ਰੀਏ ਤੋਂ ਹੀ ਜਿਹੜੀ ਹੈ ਉਹ ਜ਼ਮੀਨਾਂ ਦਾ ਲੈਣ ਦੇਣ ਜਿਹੜਾ ਹੋ ਸਕੇਗਾ। ਉਹਦੇ ਵਾਸਤੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹਦੀ ਨਿਸ਼ਾਨਦੇਹੀ ਕੀਤੀ ਗਈ ਹੈ ਔਰ ਉਹ ਲੋਕ ਜਿਹੜੇ ਬਾਹਰਲੇ ਜੇ ਚਾਹੁਣ ਉੱਥੇ ਜਾ ਕੇ ਤੇ ਉਹਨਾਂ ਜ਼ਮੀਨਾਂ ਦੇ ਵਿੱਚੋਂ ਉਹ ਜਿਹੜੀ ਆ ਉਹ ਜ਼ਮੀਨ ਲੈ ਸਕਦੇ ਆ, ਉੱਥੇ ਰਿਹਾਇਸ਼ ਕਰ ਸਕਦੇ ਆ। ਇਹ ਗੱਲ ਜਿਹੜੀ ਆ ਉਹ ਅਜੇ ਇਹਦੇ ਵਿੱਚ ਇਹ ਨਹੀਂ ਸਪਸ਼ਟ ਕੀਤੀ ਗਈ ਕਿ ਜਿਹੜੇ ਲੋਕ ਬਾਹਰੋਂ ਜਾ ਕੇ ਉੱਥੇ ਜ਼ਮੀਨਾਂ ਖਰੀਦ ਲੈਣਗੇ ਜਾਂ ਉੱਥੇ ਕਾਰੋਬਾਰ ਕਰਨਗੇ ਉਹਨਾਂ ਨੂੰ ਉੱਥੇ ਕਿਸ ਤਰ੍ਹਾਂ ਦੇ ਅਧਿਕਾਰ ਜਿਹੜੇ ਆ ਉਹ ਉੱਥੇ ਦੇ ਮਿਲਣਗੇ ਜਾਂ ਉਹਨਾਂ ਨੂੰ ਉੱਥੇ ਕਿਸ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਇਸ ਚੀਜ਼ ਦੀ ਹਾਲਾਂਕਿ ਅਜੇ ਉਹਦੇ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਹਾਲ ਦੀ ਘੜੀ ਜਦੋਂ ਇਹ ਫੈਸਲਾ ਆਇਆ ਤੇ ਹੁਣ ਦੇਖਣਾ ਇਹ ਹੈ ਕਿ ਕਿੰਨੇ ਕੁ ਲੋਕ ਉਤਸ਼ਾਹਿਤ ਹੁੰਦੇ ਹੈ, ਕਿਉਂਕਿ ਪਿਛਲੇ ਸਮੇਂ ਵਿੱਚ ਲੋਕਾਂ ਨੇ ਕੋਈ ਦਿਲਚਸਪੀ ਜ਼ਾਹਰ ਕੀਤੀ ਸੀ ਪਰ ਕਿਉਂਕਿ ਉਸ ਵੇਲੇ ਇਹ ਵਿਵਸਥਾ ਨਹੀਂ ਸੀ, ਉਹ ਸਿਰਫ ਚਾਹੁੰਦੇ ਸੀ ਜਾ ਕੇ ਉੱਥੇ ਜ਼ਮੀਨ ਖਰੀਦਣਾ, ਪਰ ਇਹ ਵਿਵਸਥਾ ਨਾ ਹੋਣ ਕਰਕੇ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਜਿਹੜੀ ਸੌਦੇਬਾਜ਼ੀ ਹੈ ਜਾਂ ਜ਼ਮੀਨ ਦੀ ਖਰੀਦੋ ਫਰੋਖਤ ਜਿਹੜੀ ਹੈ ਉਹ ਨਹੀਂ ਹੋਈ। ਤੇ ਹੁਣ ਜਦੋਂ ਇਹਦੇ ਬਾਰੇ ਨੋਟੀਫਿਕੇਸ਼ਨ ਜਾਰੀ ਹੋ ਗਿਆ, ਬਕਾਇਦਾ ਗ੍ਰਹਿ ਮੰਤਰਾਲੇ ਵੱਲੋਂ ਕਰ ਦਿੱਤਾ ਗਿਆ ਹੈ, ਤਾਂ ਲੋਕ ਇਸ ਪਾਸੇ ਉਤਸ਼ਾਹਿਤ ਹੋ ਸਕਦੇ ਨੇ। ਜੀ अगली खबर वाल रुख करते हैं। अगली खबर है RBI वालों दिशा निर्देश जारी कर दिए गए हैं कि 2 करोड़ तक के लोन के जोड़े चक्रवर्ती ब्याज ने वो माफ़ किए जाएंगे। नाल दी नाल कर्जदारां नूं जोड़े बयान है जोड़े ब्याज दिते जाने वो 5 नवंबर तक अदा कर दिए जाएंगे। किस तरह देखते हो? ਇਹ ਜਿਹੜਾ ਕਰਜ਼ਾ ਸੀਗਾ RBI ਨੇ ਜਿਹੜੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਉਹਦੇ ਵਿੱਚ ਇਹ ਸੀ ਕਿ ਉਹਨਾਂ ਤੋਂ ਇਸ ਮਿਆਦ ਦੌਰਾਨ ਖਾਸ ਕਰਕੇ ਕਰੋਨਾ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਇਹ ਫੈਸਲਾ ਕੀਤਾ ਗਿਆ ਸੀ ਕਿ ਉਹਨਾਂ ਤੋਂ ਵਿਆਜ ਦੇ ਉੱਤੇ ਵਿਆਜ, ਜਿਹਨੂੰ ਆਪਾਂ ਚੱਕਰਵ੍ਰਿੱਧੀ ਵਿਆਜ ਕਹਿੰਦੇ ਆ, ਵਿਆਜ ਦੇ ਉੱਤੇ ਵਿਆਜ ਨਾ ਲਿਆ ਜਾਵੇ ਔਰ ਇਸ ਦੇ ਬਾਵਜੂਦ ਜਿਹੜੀਆਂ ਕੁਝ ਵਿੱਤੀ ਸੰਸਥਾਵਾਂ ਜਾਂ ਬੈਂਕਾਂ ਵੱਲੋਂ ਉਹ ਵਿਆਜ ਜਿਹੜਾ ਉਹਨਾਂ ਤੋਂ ਵਸੂਲ ਲਿਆ ਗਿਆ ਕਰਜ਼ਦਾਰਾਂ ਕੋਲੋਂ, ਜਿਨ੍ਹਾਂ ਨੇ ਉਹ ਕਰਜ਼ਾ ਲਿਆ ਸੀਗਾ ਉਹਨਾਂ ਕੋਲੋਂ ਇਹ ਵਿਆਜ ਜਿਹੜਾ ਸੀ ਵਿਆਜ ਦੇ ਉੱਤੇ ਵਿਆਜ ਇਸ ਮਿਆਦ ਦਾ ਉਹ ਵਸੂਲ ਲਿਆ ਗਿਆ। ਹੁਣ RBI ਨੇ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਇਹ ਕਿਹਾ ਹੈ, ਸਾਰੇ ਬੈਂਕਾਂ ਨੂੰ ਇਹ ਕਿਹਾ ਹੈ ਕਿ ਜਿਹੜਾ ਵਿਆਜ ਤੁਸੀਂ ਵਸੂਲਿਆ ਹੈ ਸਧਾਰਨ ਵਿਆਜ ਤੇ ਚੱਕਰਵ੍ਰਿੱਧੀ ਵਿਆਜ ਦੇ ਵਿੱਚ ਜਿਹੜਾ ਫਰਕ ਬਣਦਾ ਹੈ ਉਹ ਪੈਸਾ ਜਿਹੜਾ ਉਹ ਕਰਜ਼ਦਾਰਾਂ ਦੇ ਖਾਤਿਆਂ ਵਿੱਚ 5 ਨਵੰਬਰ ਤੱਕ ਪਾ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਇਹ ਰਾਹਤ ਮਿਲ ਸਕੇ। ਕਿਉਂਕਿ ਕਰੋਨਾ ਕਰਕੇ ਆਪਾਂ ਸਮਝਦੇ ਹਾਂ ਕਿ ਸੰਸਾਰ ਭਰ ਵਿੱਚ ਵੀ ਤੇ ਦੇਸ਼ ਭਰ ਵਿੱਚ ਵੀ ਜਿਹੜੇ ਆਰਥਿਕ ਕਾਰੋਬਾਰ ਸੀ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਔਰ ਲੋਕਾਂ ਨੇ ਜਿਸ ਮਕਸਦ ਦੇ ਲਈ ਕਰਜ਼ਾ ਲਿਆ ਹੁੰਦਾ ਉਸ ਮਕਸਦ ਦਾ ਉਹ ਪੂਰੀ ਤਰ੍ਹਾਂ ਲਾਭ ਨਹੀਂ ਉਠਾ ਸਕਦੇ, ਉਹਦੇ ਤੋਂ ਪੂਰਾ ਲਾਹਾ ਨਹੀਂ ਲੱਗ ਸਕਦੇ। ਇਸ ਕਰਕੇ ਉਹ ਇਸ ਤਰ੍ਹਾਂ ਦਾ ਜਿਹੜਾ ਚੱਕਰਵ੍ਰਿੱਧੀ ਵਿਆਜ ਆ ਉਹ ਦੇਣ ਤੋਂ ਅਸਮਰੱਥ ਸੀ। ਸਧਾਰਨ ਵਿਆਜ ਉਹ ਜਿਹੜੇ ਆ ਦੇ ਸਕਦੇ ਆ ਜਾਂ ਉਹਨਾਂ ਤੋਂ ਲੈਣਾ ਚਾਹੀਦਾ। ਸੋ ਇਹ ਫੈਸਲਾ ਜਿਹੜਾ RBI ਨੇ ਇਸ ਕਰਕੇ ਕੀਤਾ ਕਿ ਉਹਨਾਂ ਦਾ ਜਿਹੜਾ ਵਾਧੂ ਵਿਆਜ ਉਹਨਾਂ ਕੋਲੋਂ ਵਸੂਲ ਲਿਆ ਗਿਆ ਵਿੱਤੀ ਸੰਸਥਾਵਾਂ ਨੇ ਜਾਂ ਬੈਂਕਾਂ ਨੇ ਉਹ ਉਹਨਾਂ ਦੇ ਖਾਤਿਆਂ ਵਿੱਚ ਵਾਪਸ ਪਾਇਆ ਜਾਵੇ ਤਾਂ ਕਿ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ। ਜੀ गल कर लेने करोना की। करोना दे विच पिछले 3 महीने बाद जो 40,000 तो घट केस आने शुरू हो गए हैं, यानी कि केसां दे आउण दी दर घट गई है। पर दूजे पासे दिल्ली दे विच फिर किते ना किते जिहड़े केस वो वधदे नज़र आ रहे हैं। नाल दी नाल त्योहारां दा जिहड़ा सीजन आ रहा है और लोग एक दूसरे नूं मिल रहे हैं, किस तरह के एहतियात जिहड़े ने वो वरते जाने चाहिए ने? ਕਰੋਨਾ ਦਾ ਸੰਕਟ ਸ਼ਾਇਨਾ ਜੀ ਅਜੇ ਜਾਰੀ ਹੈ ਸੰਸਾਰ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ। ਜੀ ਮਾਮਲੇ ਬਹੁਤ ਜ਼ਿਆਦਾ ਘਟੇ ਨੇ, ਟੈਸਟਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧੀਆ ਹੈ ਔਰ ਜਿਹੜੇ ਨਵੇਂ ਜਿਹੜੇ ਸੰਕਰਮਿਤ ਕੇਸ ਆ ਰਹੇ ਨੇ ਜਿਹੜੇ ਪ੍ਰਭਾਵਿਤ ਨੇ ਲੋਕ ਕਰੋਨਾ ਤੋਂ ਉਹਨਾਂ ਦੀ ਗਿਣਤੀ ਜਿਹੜੀ ਉਹ ਘਟੀ ਹੈ। ਇਹ ਚੰਗੀ ਗੱਲ ਆਪਾਂ ਇਹਨੂੰ ਕਹਿ ਸਕਦੇ ਹਾਂ, ਚੰਗੀ ਖਬਰ ਕਹਿ ਸਕਦੇ ਹਾਂ ਜੀ। ਪਰ ਆਪਾਂ ਇਹਦੇ ਤੋਂ ਨਿਸ਼ਚਿੰਤ ਨਹੀਂ ਹੋ ਸਕਦੇ, ਬੇਫਿਕਰ ਨਹੀਂ ਹੋ ਸਕਦੇ ਕਿ ਕਰੋਨਾ ਦਾ ਸੰਕਟ ਜਿਹੜਾ ਉਹ ਖਤਮ ਹੋ ਗਿਆ ਜਾਂ ਉਹ ਨਿਘਾਰ ਵੱਲ ਜਾ ਰਿਹਾ, ਕਿਉਂਕਿ ਜੇ ਦਿੱਲੀ ਦੇ ਵਿੱਚ ਪਹਿਲਾਂ ਮਾਮਲੇ ਘਟ ਰਹੇ ਸੀ ਫਿਰ ਦਿੱਲੀ ਦੇ ਵਿੱਚ ਮਾਮਲੇ ਵਧੇ ਹੈ। ਇਹ ਕਿਸੇ ਵੇਲੇ ਕਿਸੇ ਰਾਜ ਦੇ ਵਿੱਚ ਜਿੱਥੇ ਮਾਮਲੇ ਘਟ ਰਹੇ ਆ ਉੱਥੇ ਵੱਧ ਵੀ ਸਕਦੇ ਆ। ਹਾਲਾਂਕਿ ਬਾਕੀ ਸਾਰੇ ਰਾਜਾਂ ਦੇ ਵਿੱਚ ਮੁਕਾਬਲਤਨ ਜਿਹੜੇ ਮਾਮਲੇ ਆ ਉਹ ਉਹਨਾਂ ਦੀ ਗਿਣਤੀ ਘਟ ਰਹੀ ਹੈ। ਔਰ ਤੁਸੀਂ ਦੇਖੋ ਕਿ ਇੱਕ ਮੌਕਾ ਇਸ ਤਰ੍ਹਾਂ ਦਾ ਆਇਆ ਸੀਗਾ, ਅਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ
ਕਰੋਨਾ ਦੀ ਸਥਿਤੀ ਦਾ ਕਿ ਇੱਕ ਮੌਕਾ ਇਹੋ ਜਿਹਾ ਵੀ ਆਇਆ ਸੀ ਜਦੋਂ ਰੋਜ਼ ਦੇ 90,000 1 ਲੱਖ ਤੱਕ ਜਿਹੜੇ ਸੀ ਮਾਮਲੇ ਆਉਣ ਲੱਗ ਪਏ ਸੀ ਔਰ ਉਹਨਾਂ ਦੀ ਗਿਣਤੀ ਹੁਣ ਜਿਹੜੀ ਆ ਉਹ 35-36 ਹਜ਼ਾਰ ਤੱਕ ਜਿਹੜੀ ਕੱਲ ਦੇ 24 ਘੰਟਿਆਂ ਵਿੱਚ 36,400 ਦੇ ਕਰੀਬ ਜਿਹੜੇ ਉਹ ਕੇਸ ਆਏ ਆ। ਹਾਂਜੀ। ਔਰ ਉਹ ਜਿਹੜੇ ਸਿਹਤਮੰਦ ਹੋਣ ਵਾਲੇ ਲੋਕ ਹੈ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਮੌਤ ਦਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਘਟ ਗਈ ਹੈ। ਇਹ ਇੱਕ ਚੰਗਾ ਰੁਝਾਨ ਹੈ, ਪਰ ਇਸ ਦੇ ਬਾਵਜੂਦ ਕਿਉਂਕਿ ਫੈਸਟੀਵਲ ਸੀਜ਼ਨ ਚੱਲ ਰਿਹਾ, ਤਿਉਹਾਰਾਂ ਦੀ ਰੁੱਤ ਚੱਲ ਰਹੀ ਹੈ ਜੀ, ਤਿਉਹਾਰਾਂ ਵਿੱਚ ਲੋਕਾਂ ਨੇ ਇੱਕ ਦੂਜੇ ਵੱਲ ਆਉਣਾ ਜਾਣਾ ਉਹਨਾਂ ਦੀ ਵੱਧ ਜਾਂਦੀ, ਬਾਜ਼ਾਰਾਂ ਦੇ ਵਿੱਚ ਖਰੀਦੋ ਫਰੋਖਤ ਲਈ ਵੀ ਜਾਣਾ ਹੁੰਦਾ ਹੈ, ਆਵਾਜਾਈ ਵੱਧ ਜਾਂਦੀ ਹੈ, ਖਰੀਦੋ ਫਰੋਖਤ ਵਾਸਤੇ ਆਉਣਾ ਜਾਣਾ ਪੈਂਦਾ ਹੈ, ਬਾਜ਼ਾਰਾਂ ਵਿੱਚ ਭੀੜ ਭੜੱਕਾ ਵੀ ਹੋ ਸਕਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਜਿਹੜੇ ਸੁਰੱਖਿਆ ਦੇ ਕਦਮ ਪਹਿਲਾਂ ਤੋਂ ਉਹ ਚੁੱਕਦੇ ਆ ਰਹੇ ਆ, ਵਾਰ-ਵਾਰ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਹਦਾਇਤਾਂ ਕੀਤੀਆਂ ਜਾਂਦੀਆਂ ਤੇ ਉਹਨਾਂ ਦੇ ਬਾਰੇ ਉਹਨਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਕਿਸੇ ਕਿਸਮ ਦਾ ਵੀ ਜਿਹੜਾ ਰਿਸਕ ਹੈ ਉਹ ਖਤਰਾ ਜਿਹੜਾ ਉਹ ਮੁੱਲ ਨਹੀਂ ਲੈਣਾ ਚਾਹੀਦਾ। ਬਚਾਓ ਵਿੱਚ ਹੀ ਬਚਾਓ ਜਿਹੜੀ ਸਥਿਤੀ ਹੈ ਉਸ ਨੂੰ ਅਪਣਾਉਣਾ ਚਾਹੀਦਾ। ਸਿਰਫ ਇਹ ਨਹੀਂ ਦੇਖਣਾ ਚਾਹੀਦਾ ਕਿ ਅੰਕੜੇ ਘਟ ਗਏ ਨੇ ਤੇ ਹੁਣ ਅਸੀਂ ਥੋੜ੍ਹਾ ਜਿਹਾ ਖੁੱਲ੍ਹ ਕੇ ਜਰਾ ਖੇਡਣਾ ਸ਼ੁਰੂ ਕਰ ਦਈਏ। ਅਜੇ ਸਾਨੂੰ ਪੂਰਾ ਇਹਤਿਆਤ ਰੱਖਣਾ ਚਾਹੀਦਾ, ਖਾਸ ਕਰਕੇ ਉਦੋਂ ਤੱਕ ਇਹਤਿਆਤ ਜਿਹੜਾ ਸਾਨੂੰ ਰੱਖਣਾ ਹੀ ਪਵੇਗਾ ਜਾਂ ਰੱਖਣਾ ਚਾਹੀਦਾ ਹੈ ਜਦੋਂ ਤੱਕ ਇਸ ਸੰਬੰਧ ਦੇ ਵਿੱਚ ਕੋਈ ਪੱਕੀ ਦਵਾਈ ਜਾਂ ਕੋਈ ਪੱਕਾ ਇੰਜੈਕਸ਼ਨ ਟੀਕਾ ਜਿਹੜਾ ਉਹ ਮਾਰਕੀਟ ਦੇ ਵਿੱਚ ਨਹੀਂ ਆ ਜਾਂਦਾ, ਜਿਹਦੇ ਤੋਂ ਇਹ ਲੱਗੇ ਕਿ ਹੁਣ ਜਦੋਂ ਸਾਡੇ ਕੋਲ ਇਹਦਾ ਇਲਾਜ ਆ ਗਿਆ ਤੇ ਅਸੀਂ ਇਸ ਨੂੰ ਖਤਮ ਕਰ ਸਕਦੇ ਹਾਂ। ਉਦੋਂ ਤੱਕ ਲੋਕਾਂ ਨੂੰ ਜਿਹੜਾ ਉਹ ਜੋ ਵੀ ਸਾਫ਼ ਸਫਾਈ ਰੱਖਦੇ ਆ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਆ, ਮਾਸਕ ਪਹਿਨ ਕੇ ਰੱਖਦੇ ਆ, ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਉਹਨਾਂ ਨੂੰ ਰੱਖਣਾ ਪਏਗਾ। ਸੰਧੂ ਸਾਹਿਬ, ਗੱਲ ਕਰੀਏ ਅਨਲੌਕ ਦੇ ਜਿਹੜੀਆਂ ਗਾਈਡਲਾਈਨਸ ਸੀ ਤਾਂ ਜਿਹੜੇ ਪੁਰਾਣੇ ਅਨਲੌਕ ਦੀਆਂ ਗਾਈਡਲਾਈਨਸ ਸੀਗੀਆਂ, ਕੰਟੋਨਮੈਂਟ ਜਿਹੜੇ ਜ਼ਿਲ੍ਹੇ ਸੀ ਜਾਂ ਕੰਟੋਨਮੈਂਟ ਜ਼ੋਨ ਸੀ ਉਹਨਾਂ ਤੋਂ ਬਾਹਰ ਦੇ ਜਿਹੜੇ ਨੇ ਉਹ 3 ਨਵੰਬਰ ਤੱਕ ਵੀ ਸੇਮ ਐਜ਼ ਇਟ ਇਜ਼ ਹੀ ਜਾਰੀ ਰਹਿਣਗੇ, ਕਿਉਂਕਿ ਜਿਹੜਾ ਪਹਿਲਾਂ ਅਨਲੌਕ ਕੀਤਾ ਗਿਆ ਸੀਗਾ ਜਿਹਦੀ 31 ਅਕਤੂਬਰ ਤੱਕ ਮਿਆਦ ਸੀਗੀ, 5ਵਾਂ ਅਨਲੌਕ ਜਿਹੜਾ ਸੀ ਉਹਦੇ ਵਿੱਚ ਜਿਹੜੀਆਂ ਛੋਟਾਂ ਦਿੱਤੀਆਂ ਗਈਆਂ ਸੀ ਕਾਫੀ ਜ਼ਿਆਦਾ ਜਿਹੜੀਆਂ ਢਿੱਲ ਉਹਦੇ ਵਿੱਚ ਦੇ ਦਿੱਤੀ ਗਈ ਸੀ। ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ, ਕਾਰੋਬਾਰੀ ਅਦਾਰੇ ਜਿਹੜੇ ਸੀ ਉਹ ਕਾਫੀ ਖੋਲ੍ਹ ਦਿੱਤੇ ਗਏ, ਇੱਥੋਂ ਤੱਕ ਕਿ ਸਿਨੇਮਾ ਘਰਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ 50% ਦੀ ਗਿਣਤੀ ਦੇ ਨਾਲ ਸਿਨੇਮਾ ਘਰ ਜਿਹੜੇ ਉਹ ਚਲਾ ਸਕਦੇ ਹੋ। ਸਕੂਲਾਂ ਨੂੰ ਕਿਹਾ ਗਿਆ ਕਿ ਜਿਹੜੇ ਸੂਬੇ ਆ ਉਹ ਆਪਣੇ ਪੱਧਰ ਉੱਤੇ ਫੈਸਲਾ ਕਰ ਸਕਦੇ ਆ ਕਿ ਉਹਨਾਂ ਨੇ ਸਕੂਲ ਖੋਲ੍ਹਣੇ ਆ ਕਿ ਨਹੀਂ ਖੋਲ੍ਹਣੇ, ਜਾਂ ਕਿਸ ਕਲਾਸ ਤੱਕ ਉਹਨਾਂ ਨੇ ਸਕੂਲ ਖੋਲ੍ਹਣੇ ਆ, ਔਰ ਕਿੰਨੇ ਵਿਦਿਆਰਥੀਆਂ ਦੀ ਜਿਹੜੀ ਹੈ ਉਹ ਹਾਜ਼ਰੀ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ, ਕਿੰਨੇ ਵਿਦਿਆਰਥੀਆਂ ਦਾ ਆਉਣਾ ਚਾਹੀਦਾ, ਕਿੰਨੇ ਦਾ ਨਹੀਂ, ਕਿਸ ਢੰਗ ਦੇ ਨਾਲ ਉਹਨਾਂ ਪ੍ਰਬੰਧ ਕਰਨੇ ਆ। ਇਹ ਕੇਂਦਰ ਵੱਲੋਂ ਰਾਜਾਂ ਦੇ ਉੱਤੇ ਛੱਡ ਦਿੱਤਾ ਗਿਆ ਹੈ ਜਾਂ ਜਿਹੜੇ ਕੇਂਦਰੀ ਸ਼ਾਸਤ ਇਲਾਕੇ ਆ ਉਹਨਾਂ ਦੇ ਉੱਤੇ ਛੱਡ ਦਿੱਤਾ ਗਿਆ ਹੈ ਕਿ ਇਸ ਗੱਲ ਦੀ ਸਮੀਖਿਆ ਵੀ ਉਹ ਆਪ ਕਰਨ ਤੇ ਫੈਸਲਾ ਵੀ ਉਹ ਆਪ ਕਰਨ, ਕਿਉਂਕਿ ਇਹ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ ਕਿ ਕਰੋਨਾ ਦਾ ਸੰਕਟ ਜਿਹੜਾ ਉਹ ਪੂਰੀ ਤਰ੍ਹਾਂ ਅਜੇ ਖਤਮ ਨਹੀਂ ਹੋਇਆ। ਸਾਨੂੰ ਇਹਦੇ ਪ੍ਰਤੀ ਜਿਹੜੀ ਹੈ ਉਹ ਚੌਕਸੀ ਰੱਖਣੀ ਪਏਗੀ। ਲੋਕਾਂ ਨੂੰ ਜ਼ਿਆਦਾ ਇਸ ਮਾਮਲੇ ਦੇ ਵਿੱਚ ਜਾਗਰੂਕ ਹੋਣਾ ਚਾਹੀਦਾ, ਸੁਚੇਤ ਹੋਣਾ ਚਾਹੀਦਾ ਕਿ ਉਹ ਖੁਦ ਜਿਹੜੇ ਆ ਉਹ ਇਸ ਤਰ੍ਹਾਂ ਦੇ ਇਹਤਿਆਤ ਜਿਹੜੇ ਉਹ ਵਰਤਣ, ਔਰ ਜਿਹੜੀਆਂ ਪਾਬੰਦੀਆਂ ਜਿਹੜੀਆਂ ਜੋ ਵੀ ਛੋਟਾਂ ਦਿੱਤੀਆਂ ਗਈਆਂ ਸੀ 31 ਅਕਤੂਬਰ ਤੱਕ ਉਹ ਸਾਰੀਆਂ ਦੀਆਂ ਸਾਰੀਆਂ ਐਜ਼ ਇਟ ਇਜ਼ 30 ਨਵੰਬਰ ਤੱਕ ਜਾਰੀ ਰਹਿਣਗੀਆਂ। ਜਿਵੇਂ ਕਿ ਕੌਮਾਂਤਰੀ ਉਡਾਣਾਂ ਜਿਹੜੀਆਂ ਉਹ ਅਜੇ ਤੱਕ ਬੰਦ ਹੈ, ਉਹ ਬੰਦ ਹੀ ਰਹਿਣਗੀਆਂ। ਉਹਦੇ ਵਿੱਚ ਕੁਝ ਵਿਸ਼ੇਸ਼ ਉਡਾਣਾਂ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੀ ਮਨਜ਼ੂਰੀ ਹੁੰਦੀ ਹੈ ਜਾਂ ਦੋਹਾਂ ਦੇਸ਼ਾਂ ਦੀ ਆਪਸੀ ਸਹਿਮਤੀ ਨਾਲ ਕੋਈ ਉਡਾਣ ਵਿਸ਼ੇਸ਼ ਜਿਹੜੀ ਚਲਾਈ ਜਾਣੀ ਹੈ ਉਹ ਹੀ ਚਲਾਈ ਜਾਵੇਗੀ। ਆਮ ਵਾਂਗ ਜਿਹੜੀਆਂ ਕੌਮਾਂਤਰੀ ਉਡਾਣਾਂ ਜਿਹੜੀਆਂ ਉਹ ਨਹੀਂ ਚਲਾਈਆਂ ਜਾਣਗੀਆਂ। ਬੱਸਾਂ ਗੱਡੀਆਂ ਦਾ ਸਫ਼ਰ ਜੋ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹੀ ਲਾਗੂ ਰਹਿਣਗੀਆਂ। ਸਿਨੇਮਿਆਂ ਬਾਰੇ ਵੀ ਉਹੀ ਹਦਾਇਤਾਂ ਜਾਰੀ ਰਹਿਣਗੀਆਂ। ਸਕੂਲਾਂ ਕਾਲਜਾਂ ਬਾਰੇ ਵੀ ਉਹੀ ਹਦਾਇਤਾਂ ਜਾਰੀ ਰਹਿਣਗੀਆਂ। ਜੀ ਸੰਧੂ ਸਾਹਿਬ, ਗੱਲ ਕਰਦੇ ਹਾਂ ਪਰਾਲੀ ਸਾੜਨ ਦਾ ਰੁਝਾਨ ਜਿਹੜਾ ਉਹ ਲਗਾਤਾਰ ਪੰਜਾਬ ਵਿੱਚ ਬਣਿਆ ਹੋਇਆ ਔਰ ਵੱਧਦਾ ਹੀ ਜਾ ਰਿਹਾ ਹੈ। ਪਰ ਬਟਾਲਾ ਦੇ ਲਾਗੇ ਦੇ ਇੱਕ ਕਿਸਾਨ ਦਾ ਕਹਿਣਾ, ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਕਿਸਾਨ ਦਾ ਕਹਿਣਾ ਕਿ ਉਹਨਾਂ ਨੇ ਕਦੇ ਪਰਾਲੀ ਨਹੀਂ ਸਾੜੀ ਔਰ ਪਰਾਲੀ ਨਾ ਸਾੜਨ ਨਾਲ ਜਿਹੜਾ ਝਾੜ ਹੈ ਉਹਨਾਂ ਦਾ ਉਹ ਵੱਧ ਗਿਆ ਹੈ, ਯਾਨੀ ਕਿ ਬਾਕੀ ਨਾਲੋਂ ਅੱਗੇ ਨਾਲੋਂ ਵੱਧ ਝਾੜ ਨਿਕਲਦਾ ਹੈ। ਇਹ ਇੱਕ ਇਹੋ ਜਿਹਾ ਮਾਮਲਾ ਸ਼ਾਇਨਾ ਜੀ ਕਿ ਸ਼ਾਇਦ ਇਹਦੇ ਬਾਰੇ ਜਿੰਨਾ ਕੁਝ ਹੁਣ ਤੱਕ ਕਿਹਾ ਗਿਆ ਹੈ ਜਾਂ ਜਿਸ ਢੰਗ ਦੇ ਨਾਲ ਸਰਕਾਰ ਵੱਲੋਂ ਕਿਹਾ ਜਾਂਦਾ ਹੈ, ਲੋਕਾਂ ਵੱਲੋਂ ਗੱਲ ਕੀਤੀ ਜਾਂਦੀ ਹੈ, ਖੇਤੀਬਾੜੀ ਮਾਹਰਾਂ ਵੱਲੋਂ ਗੱਲ ਕੀਤੀ ਜਾਂਦੀ ਹੈ, ਮਤਲਬ ਇਹਦੀ ਜੜ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਕੀਤੀ ਗਈ। ਬਿਲਕੁਲ ਇਹਦਾ ਪੱਕਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਹਾਲਾਂਕਿ ਜਿਹੜੇ ਕਿਸਾਨ ਸਾਹਮਣੇ ਆਏ ਹੈ ਜਿਨ੍ਹਾਂ ਨੇ ਇਸ ਚੀਜ਼ ਦਾ ਦਾਅਵਾ ਕੀਤਾ ਹੈ ਕਿ ਅਸੀਂ ਪਰਾਲੀ ਜਿਹੜੀ ਝੋਨੇ ਦੀ ਪਰਾਲੀ ਹੈ ਉਹਨੂੰ ਸਾੜਨ ਤੋਂ ਬਗੈਰ ਜਾਂ
ਕਣਕ ਦਾ ਨਾੜ ਸਾੜਨ ਤੋਂ ਬਗੈਰ ਜੀ ਜਦੋਂ ਅਸੀਂ ਅਗਲੀ ਫਸਲ ਦੀ ਕਾਸ਼ਤ ਕਰਦੇ ਆ, ਨਾੜ ਨੂੰ ਤੇ ਪਰਾਲੀ ਨੂੰ ਖੇਤੀ ਦੇ ਵਿੱਚ ਵਾਹ ਦਿੰਦੇ ਆ, ਖੇਤ ਦੇ ਵਿੱਚ ਵਾਹ ਦਿੰਦੇ ਆ, ਬਿਲਕੁਲ ਤੇ ਉਹ ਜਿਹੜੀ ਰਹਿੰਦ ਖੂੰਹਦ ਆ ਉਹ ਇੱਕ ਖਾਦ ਦਾ ਕੰਮ ਕਰਦੀ ਹੈ। ਹਾਂਜੀ ਜਦੋਂ ਉਹ ਖਾਦ ਦਾ ਕੰਮ ਕਰਦੀ ਹੈ, ਉਹ ਵੀ ਜੈਵਿਕ ਖਾਦ ਦਾ ਕੰਮ, ਔਰ ਰਸਾਇਣਿਕ ਖਾਦ ਨਹੀਂ ਹੈ, ਉਹ ਜੈਵਿਕ ਖਾਦ ਹੈ। ਬਿਲਕੁਲ ਉਹਦਾ ਕੰਮ ਕਰਦੀ ਹੈ ਤਾਂ ਉਹਨਾਂ ਦਾ ਜਿਹੜਾ ਫਸਲਾਂ ਦਾ ਜਿਹੜਾ ਝਾੜ ਹੈ ਉਹ ਪਹਿਲਾਂ ਨਾਲੋਂ ਵੱਧ ਜਾਂਦਾ ਹੈ। ਹੁਣ ਇਹ ਕਿਸਾਨ ਦੇ ਪੱਖ ਦੀ ਗੱਲ ਹੈ, ਕਿਸਾਨ ਦੇ ਪੱਖ ਦਾ ਸਵਾਲ ਹੈ ਕਿ ਕਿਸਾਨ ਨੂੰ ਇਹ ਕਰਨ ਦੇ ਵਿੱਚ ਕੀ ਦਿੱਕਤ ਹੈ। ਜਿਹੜੇ ਕਿਸਾਨ ਸਾੜਦੇ ਆ ਕਿ ਉਹਨਾਂ ਨੂੰ ਇਹਦੇ ਵਿੱਚ ਕੋਈ ਪਰੇਸ਼ਾਨੀ ਆ ਰਹੀ ਹੈ, ਉਹਨਾਂ ਦੀ ਇਹ ਗੱਲ ਸਮਝਣੀ ਚਾਹੀਦੀ ਹੈ। ਤੇ ਜਿਹੜੇ ਨਹੀਂ ਸਾੜਦੇ ਵੱਧ ਝਾੜ ਜਿਹੜਾ ਉਹ ਦਿਖਾ ਰਹੇ ਆ, ਉਹ ਸਮਝ ਰਹੇ ਆ ਕਿ ਇਹਦੇ ਨਾਲ ਸਾਨੂੰ ਫਾਇਦਾ ਹੁੰਦਾ ਹੈ, ਲਾਭ ਹੁੰਦਾ ਹੈ। ਤੇ ਕੋਈ ਵੀ ਕਿਸਾਨ ਜਿਹੜਾ ਉਹ ਨੁਕਸਾਨ ਤੱਕ ਆਪਣਾ ਕਰਨਾ ਨਹੀਂ ਚਾਹੁੰਦਾ, ਉਹ ਲਾਭ ਚਾਹੁੰਦਾ ਹੈ। ਉਹਨਾਂ ਨੂੰ ਇਹ ਗੱਲ ਜਿਹੜੀ ਹੈ ਉਹ ਸਮਝਾਈ ਜਾਣੀ ਚਾਹੀਦੀ ਹੈ ਕਿ ਤੁਸੀਂ ਇਸ ਰਸਤੇ ਤੇ ਕਿਉਂ ਨਹੀਂ ਤੁਰਦੇ। ਅਸਲ ਵਿੱਚ ਆਪਸ ਵਿੱਚ ਜਿਹੜਾ ਤਾਲਮੇਲ ਹੈ ਨਾ, ਉਹ ਪ੍ਰਸ਼ਾਸਨ ਦੇ ਵਿੱਚ, ਸਰਕਾਰ ਦੇ ਵਿੱਚ, ਕਿਸਾਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਤਾਲਮੇਲ ਬਣਾਇਆ ਨਹੀਂ ਜਾ ਸਕਿਆ। ਜਿਹੜੇ ਕੁਝ ਕਿਸਾਨ ਕਦਮ ਚੁੱਕ ਰਹੇ ਨੇ ਉਹ ਵੀ ਆਪਣੇ ਪੱਧਰ ਤੇ ਚੁੱਕ ਰਹੇ ਨੇ, ਜਿਹੜੇ ਸਰਕਾਰ ਕਦਮ ਚੁੱਕ ਰਹੀ ਹੈ ਉਹ ਵੀ ਆਪਣੇ ਪੱਧਰ ਤੇ ਔਰ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਤੋਂ ਬਗੈਰ ਚੁੱਕ ਰਹੀ ਹੈ ਕਿ ਇਹਦੇ ਬਾਰੇ ਕੋਈ ਕਾਨੂੰਨ ਬਣਾ ਦਿੱਤਾ ਜਾਏ, ਇਹਦੇ ਬਾਰੇ ਕੋਈ ਸਜ਼ਾ ਮੁਕਰਰ ਕਰ ਦਿੱਤੀ ਜਾਏ, ਇਹਦੇ ਬਾਰੇ ਜੁਰਮਾਨਾ ਮੁਕਰਰ ਕਰ ਦਿੱਤਾ ਜਾਵੇ। ਜੇ ਕਿਤੇ ਕੋਈ ਅੱਗ ਲਾਉਂਦਾ ਫੜਿਆ ਜਾਵੇ ਤੇ ਉਹਨੂੰ ਜੁਰਮਾਨਾ ਕਰ ਦਿਓ। ਮਾਮਲੇ ਜਿਹੜੇ ਉਹ ਰੁਕੇ ਨਹੀਂ। ਜੇ ਆਪਾਂ ਕਹੀਏ ਕਿ ਜਿਹੜੇ ਜੁਰਮਾਨੇ ਕੀਤੇ ਜਾ ਰਹੇ ਆ ਜਾਂ ਇਹਦੇ ਬਾਰੇ ਸਜ਼ਾ ਸੁਣਾਈ ਜਾ ਰਹੀ ਹੈ, ਉਸ ਗੱਲ ਨੂੰ ਲੈ ਕੇ ਮਾਮਲੇ ਰੁਕ ਗਏ ਨੇ, ਮਾਮਲੇ ਨਹੀਂ ਰੁਕੇ। ਪਰਾਲੀ ਜਿਹੜੀ ਹੈ, ਝੋਨਾ ਹੁਣ ਕਿਉਂਕਿ ਅੱਜ ਕੱਲ੍ਹ ਸੀਜ਼ਨ ਚੱਲ ਰਿਹਾ, ਉਹਦਾ ਝੋਨੇ ਦੀ ਕਟਾਈ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਕਾਫੀ ਹੱਦ ਤੱਕ ਕਟਾਈ ਹੋ ਵੀ ਗਈ ਹੈ, ਬਹੁਤ ਥੋੜੀ ਰਹਿ ਗਈ ਹੈ। ਤਾਂ ਉਹਦੇ ਨਾਲ ਜਿਹੜੀ ਹੈ ਕਿ ਉਹ ਪਰਾਲੀ ਅਜੇ ਵੀ ਸਾੜੀ ਜਾ ਰਹੀ ਹੈ। ਇਹਦਾ ਕੋਈ ਪੱਕਾ ਹੱਲ ਜਿਹੜਾ ਦੋਵਾਂ ਧਿਰਾਂ ਨੂੰ ਮਿਲ ਕੇ ਕੱਢਣਾ ਚਾਹੀਦਾ ਹੈ। ਜੀ ਸੋ ਸੰਧੂ ਸਾਹਿਬ, ਇਸੇ ਖਬਰ ਦੇ ਨਾਲ ਖਾਸ ਖਬਰ ਇੱਕ ਨਜ਼ਰ ਦੇ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ।